ਸਤਿ ਸ਼੍ਰੀ ਅਕਾਲ ਲੋਕਰਾਣਾ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਹੈ। ਧੰਨਵਾਦ ਜੀ, ਮਿਹਰਬਾਨੀ ਤੁਹਾਡੀ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਉਹਨਾਂ ਦੇ ਰੂਬਰੂ ਕਰਾਇਆ ਜੀ। ਦੋਸਤੋ, ਪੰਜਾਬ ਸਦਾ ਹੀ ਚਰਚਾ ਦੇ ਵਿੱਚ ਰਿਹਾ। ਜਦੋਂ ਕੇਂਦਰ ਦੀ ਹਕੂਮਤ ਨੇ ਧੱਕੇ ਦੇ ਨਾਲ 3 ਖੇਤੀ ਕਾਨੂੰਨ ਪਾਸ ਕੀਤੇ ਸੀ, ਉਦੋਂ ਜਿਹੜਾ ਅੰਦੋਲਨ ਦਾ ਮੁੱਢ ਵੱਜਿਆ ਸੀ ਉਹ ਪੰਜਾਬ ਤੋਂ ਬਗਾਵਤ ਦੀ ਉਹ ਲਹਿਰ ਉੱਠੀ ਸੀ। ਉਸ ਤੋਂ ਬਾਅਦ ਲਗਾਤਾਰ ਦਿੱਲੀ ਬੈਠੀ ਹਕੂਮਤ ਨੂੰ ਇਹ ਗੱਲ ਮਹਿਸੂਸ ਹੁੰਦੀ ਰਹੀ ਹੈ ਕਿ ਜਿਹੜਾ ਸਾਨੂੰ ਚੈਲੰਜ ਹੋਊਗਾ ਉਹ ਚੈਲੰਜ ਸਾਨੂੰ ਪੰਜਾਬ ਤੋਂ ਹੋਊਗਾ, ਕਿਉਂਕਿ ਪੰਜਾਬ ਦਾ ਇੱਕ ਸ਼ਾਨਾਮਤਾ ਇਤਿਹਾਸ ਹੈਗਾ। ਇੱਕ ਪਾਸੇ ਤਾਂ ਜਦੋਂ 47 ਦੇ ਵਿੱਚ ਪੰਜਾਬ ਵੰਡਿਆ ਗਿਆ ਸੀ, ਬਾਰਡਰ ਸਟੇਟ ਬਣ ਗਈ ਪੰਜਾਬ, ਕਿੰਨੇ ਪਾਸੇ ਪੰਜਾਬ ਦੀਆਂ ਸਰਹੱਦਾਂ ਲੱਗਦੀਆਂ ਨੇ। ਦੂਜੇ ਪਾਸੇ ਗੜਬੜੀ ਦਾ ਇੱਕ ਦੌਰ ਪੰਜਾਬ ਦੇ ਵਿੱਚ ਸਦਾ ਰਹਿੰਦਾ। 84 ਤੋਂ ਬਾਅਦ ਆਪਾਂ ਜਾਣਦੇ ਹਾਂ ਕਿ 12 ਸਾਲ ਇੱਥੋਂ ਖੜਕੂ ਦੌਰ ਰਿਹਾ ਤੇ ਕਈ ਗੱਲਾਂ ਇਹੋ ਜਿਹੀਆਂ ਪੰਜਾਬ ਦੇ ਵਿੱਚ ਵਾਪਰੀਆਂ ਜਿਨ੍ਹਾਂ ਦੇ ਇਨਸਾਫ ਨਹੀਂ ਮਿਲੇ ਹੈਗੇ। ਖਾਸ ਕਰਕੇ ਜਦੋਂ ਆਪਾਂ ਦਿੱਲੀ ਦੇ ਕਾਨਪੁਰ ਦੇ ਦੰਗਿਆਂ ਦੀ ਗੱਲ ਕਰਦੇ ਹਾਂ, ਉਹਦੇ ਵੀ ਇਨਸਾਫ ਨਹੀਂ ਮਿਲੇ। ਅੱਗੇ ਜਾ ਕੇ ਜੂਨ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਮਹਾਰਾਜ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ। ਉਸ ਐਪੀਸੋਡ ਦਾ ਅੱਜ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ। 7 ਸਾਲ ਦਾ ਸਮਾਂ ਉੱਥੇ ਬੀਤ ਚੁੱਕਿਆ। ਬੀਤੇ ਕੁਲਤਾਰ ਸਿੰਘ ਸੰਧਵਾਂ ਬਰਗਾੜੀ ਜਿਹੜਾ ਸੁਖਰਾਜ ਸਿੰਘ ਧਰਨੇ ਤੇ ਇਨਸਾਫ ਲਈ ਬੈਠਿਆ, ਉੱਥੇ ਗਏ ਸੀ। ਉੱਥੇ ਜਾ ਕੇ ਕੁਲਤਾਰ ਸਿੰਘ ਸੰਧਵਾਂ ਨੇ ਗੱਲ ਕਹੀ ਸੀ ਕਿ 45 ਦਿਨ ਦਾ ਸਾਨੂੰ ਟਾਈਮ ਦੇ ਦਿਓ, 45 ਦਿਨ ਦੇ ਵਿੱਚ ਅਸੀਂ ਇਨਸਾਫ ਦੇ ਦਾਂਗੇ। ਕੁੰਵਰ ਵਿਜੇ ਪ੍ਰਤਾਪ ਇਸ ਤੋਂ ਆਪੋਜ਼ਿਟ ਬੋਲੇ ਸੀ। ਉਹਨਾਂ ਦੀ ਗੱਲਾਂ ਤੋਂ ਲੱਗਿਆ ਸੀ ਕਿ ਇਨਸਾਫ ਨਹੀਂ ਮਿਲਣਾ। ਉਹਨਾਂ ਨੇ ਵੀ ਇਸ਼ਾਰਾ ਇਸ ਗੱਲ ਵੱਲ ਕੀਤਾ ਸੀ। ਹੁਣ ਇੱਕ ਵਿਅਕਤੀ ਜੋ ਪ੍ਰਦੀਪ ਹਿੰਸਾ, ਉਹਦਾ ਕਤਲ ਹੋ ਜਾਂਦਾ। ਕਤਲ ਦੀ ਜ਼ਿੰਮੇਵਾਰੀ ਲੈਂਦਾ ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ। ਉਹ ਕਹਿੰਦਾ ਕਿ ਇਨਸਾਫ ਨੂੰ ਅਸੀਂ ਕਦੋਂ ਤੱਕ ਉਡੀਕਦੇ, ਅਸੀਂ ਆਪਣਾ ਇਨਸਾਫ ਆਪਣੇ ਤੌਰ ਤਰੀਕੇ ਦੇ ਨਾਲ ਵੀ ਲੈ ਲਿਆ। ਹਾਲਾਂਕਿ ਅਸੀਂ ਵੈਰੀਫਾਈ ਨਹੀਂ ਇਸ ਗੱਲ ਨੂੰ ਕਰਦੇ ਹੈਗੇ। ਜੋ ਗੱਲ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਪੋਸਟ ਸਾਂਝੀ ਕੀਤੀ, ਉਹ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਉਸ ਕਤਲ ਦਾ ਇੱਕ ਆਹ ਵੀ ਕਲਿਊ ਹੈਗਾ। ਦੂਜੇ ਪਾਸੇ ਪੁਲਿਸ ਆਪਾਂ ਜਾਣਦੇ ਕਿ ਅਲੱਗ-ਅਲੱਗ ਥਿਓਰੀਜ਼ 'ਤੇ ਕੰਮ ਕਰ ਰਹੀ ਹੈ। ਉਹ ਆਪਣੇ ਤਰੀਕੇ ਦੇ ਨਾਲ ਥਿਓਰੀਜ਼ 'ਤੇ ਕੰਮ ਕਰ ਰਹੇ ਨੇ। ਇੱਕ ਸੁਧੀਰ ਸੂਰੀ ਦਾ ਮਰਡਰ ਹੁੰਦਾ, ਇੱਕ ਤਾਂ ਆਹ ਗਰਮ ਸਿਆਸਤ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਇਹਨਾਂ ਸਭ ਵਰਤਾਰਿਆਂ ਤੋਂ ਅਲੱਗ ਕਰਕੇ ਨਹੀਂ ਦੇਖ ਸਕਦੇ, ਕਿਉਂਕਿ ਜਦੋਂ 2015 ਦੇ ਵਿੱਚ ਗੁਰੂ ਮਹਾਰਾਜ ਸਾਹਿਬ ਦੀ ਬੇਅਦਬੀ ਹੋਈ ਸੀ, ਅੰਗ ਜ਼ਖਮੀ ਕੀਤੇ ਗਏ ਸੀ, ਉਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਨਾਲ ਭਾਜਪਾ ਉਹਨਾਂ ਦੇ ਅਲਾਇੰਸ ਦੇ ਵਿੱਚ ਸੀ। ਤਾਂ ਬੀਤੇ 2 ਦਿਨ ਪਹਿਲਾਂ ਵੀ ਆਪਾਂ ਜਾਣਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਨੂੰ ਲੈ ਕੇ ਜਿਸ ਤਰ੍ਹਾਂ ਦੀ ਬਗਾਵਤ ਹੋਈ, ਬਗਾਵਤ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਅਲੱਗ ਖੜ ਗਏ ਤੇ ਕੁਛ ਨਵੇਂ ਚਿਹਰੇ ਨਿਕਲ ਕੇ ਆਏ। ਭਾਵੇਂ ਨਵੇਂ ਚਿਹਰੇ ਉਹ ਜਿਹੜੀ ਵੋਟਾਂ ਦੀ ਸਿਆਸਤ ਦੇ ਵਿੱਚ ਤਾਂ ਹਾਲੇ ਗਏ ਨਹੀਂ ਹੈਗੇ, ਪਰ ਅਲੱਗ ਇੱਕ ਆਪਣੇ ਤੌਰ ਤੇ ਗੱਲ ਕਰ ਰਹੇ ਨੇ। ਜਿਵੇਂ ਮੈਂ ਅਮਰਤਪਾਲ ਸਿੰਘ ਦੀ ਗੱਲ ਕਰਾਂ, ਕਈ ਨਾਮ ਹੋਰ ਹੈਗੇ ਨੇ। ਇੱਕ ਚੇਂਜ ਉੱਥੇ ਵੀ ਆਉਂਦਾ ਜਦੋਂ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤਦਾ। ਸੋ ਇਸ ਗੱਲ ਨੂੰ ਧਾਲੀਵਾਲ ਸਾਹਿਬ ਤੋਂ ਆਪਾਂ ਸਮਝਣ ਦਾ ਯਤਨ ਕਰਾਂਗੇ ਕਿ ਅਸਲ ਦੇ ਵਿੱਚ ਹੈ ਕਿ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਸਭ ਕੁਛ ਏਜੰਸੀਆਂ ਕਰਵਾ ਰਹੀਆਂ ਨੇ, ਜਦੋਂ ਪੰਜਾਬ ਦੇ ਵਿੱਚ ਘਟਨਾ ਹੁੰਦੀ ਹੈ ਆਪਾਂ ਕਹਿੰਦੇ ਹਾਂ ਕਿ ਇਹ ਏਜੰਸੀਆਂ ਦਾ ਹੱਥ ਹੈ, ਇਹਦੇ ਸਟੇਟ ਦੇ ਹੁੰਦੇ ਨੇ। ਪਰ ਜੇਕਰ ਆਪਾਂ ਇੱਕ ਵਾਰ ਇਹ ਗੱਲ ਛੱਡ ਵੀ ਦਈਏ ਕਿ ਇਹ ਘਟਨਾਵਾਂ ਏਜੰਸੀਆਂ ਨਹੀਂ ਕਰਵਾ ਰਹੀਆਂ, ਤਾਂ ਫਿਰ ਦੂਜਾ ਪੱਖ ਕੀ ਹੈ, ਉਹਦੇ ਤੇ ਜ਼ਰੂਰ ਚਰਚਾ ਹੋਣੀ ਬਣਦੀ ਹੈ। ਧਾਲੀਵਾਲ ਸਾਹਿਬ ਤੋਂ ਆਪਾਂ ਗੱਲ ਕਰਾਂਗੇ। ਧਾਲੀਵਾਲ ਸਾਹਿਬ, ਜਿਹੜਾ ਇਹ ਹੋਇਆ ਹਿੰਸਾ ਜਿਹੜੇ ਹੈਗੇ ਨੇ ਉਹ ਪ੍ਰਦੀਪ ਹਿੰਸਾ, ਉਹਨਾਂ ਦਾ ਜਿਹੜਾ ਮਰਡਰ ਹੋਇਆ, ਉਹਨੂੰ ਤੁਸੀਂ ਕਿਵੇਂ ਦੇਖਿਆ? ਦੇਖੋ, ਪਿਛਲੇ ਜਦੋਂ ਆਪਾਂ ਘਟਨਾਵਾਂ 'ਤੇ ਨਿਗਾਹ ਮਾਰਦੇ ਹਾਂ ਤਾਂ ਇੱਕ ਤੋਂ ਵੱਧ ਘਟਨਾਵਾਂ ਇੱਦਾਂ ਦੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨਾਲ ਲੱਗ ਰਿਹਾ ਹੈ ਕਿ ਨਫ਼ਰਤ ਫੈਲਾਈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਯੋਜਿਤ ਆਰਗੇਨਾਈਜ਼ ਵੇ ਨਾਲ ਮੈਂ ਕਹਾਂ ਕਿ ਇੱਕ ਨਫ਼ਰਤ ਫੈਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹ ਤੋਂ ਇਹ ਸਮਝ ਲੱਗਦੀ ਹੈ। ਹੁਣ ਉਸ ਜਿਹੜੀ ਨਫ਼ਰਤ ਜਦੋਂ ਇੱਕ ਸੰਯੋਜਿਤ ਜਾਂ ਆਰਗੇਨਾਈਜ਼ ਵੇ ਤਰੀਕੇ ਨਾਲ ਜਦੋਂ ਨਫ਼ਰਤ ਫੈਲਾਈ ਜਾ ਰਹੀ ਹੈ, ਉਹਦੇ 'ਤੇ ਸਰਕਾਰਾਂ ਬਣਦਾ ਐਕਸ਼ਨ ਨਹੀਂ ਲੈਂਦੀਆਂ। ਉਹ ਤੋਂ ਜ਼ਰੂਰ ਫਿਰ ਇਹ ਅਰਥ ਕੱਢੇ ਜਾਂਦੇ ਨੇ ਕਿ ਸਰਕਾਰਾਂ ਇਹਨਾਂ ਬਾਰੇ ਚੁੱਪ ਨੇ, ਜਾਂ ਫਿਰ ਉੱਥੇ ਇਹ ਅਰਥ ਕੱਢ ਲਿਆ ਜਾਂਦਾ ਹੈ ਕਿ ਸਰਕਾਰਾਂ ਦੀਆਂ ਏਜੰਸੀਆਂ ਚਾਹੁੰਦੀਆਂ ਨੇ ਕਿ ਜਿਹੜੀ ਸਥਿਤੀ ਹੈ ਇਸ ਪਾਸੇ ਵੱਲ ਨੂੰ ਵਧੇ। ਇਸ ਕਰਕੇ ਆਪਾਂ ਅਰਥ ਕੱਢ ਲੈਂਦੇ ਹਾਂ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜੇਕਰ ਆਪਾਂ ਇਹ ਚਾਹੀਏ ਕਿ ਸਰਕਾਰਾਂ ਜਾਂ ਸਰਕਾਰਾਂ ਦੀਆਂ ਏਜੰਸੀਆਂ ਜਾਂ ਕੋਈ ਹੋਰ ਏਜੰਸੀਆਂ ਨੈਸ਼ਨਲ ਇੰਟਰਨੈਸ਼ਨਲ ਜਿਹੜੀਆਂ ਇਹ ਕੁਛ ਚਾਹੁੰਦੀਆਂ ਨੇ, ਜੇ ਆਪਾਂ ਮੰਨ ਕੇ ਚੱਲੀਏ ਕਿ ਨਹੀਂ ਏਜੰਸੀਆਂ ਨਹੀਂ ਚਾਹੁੰਦੀਆਂ, ਤਾਂ ਅਲਟੀਮੇਟਲੀ ਫਿਰ ਅਸੀਂ ਸਾਡੇ ਪੋਲੀਟੀਕਲ ਰਾਜਨੀਤਿਕ ਸਿਸਟਮ 'ਤੇ ਗੱਲ ਕਰਾਂਗੇ ਕਿ ਉਹਦਾ ਰਿਸਪੌਂਸ ਉਹਨਾਂ ਨੂੰ ਕਿੱਦਾਂ ਦਾ ਹੈ। ਜਿਹੜਾ ਰਿਸਪੌਂਸ ਬਣਦਾ ਸਰਕਾਰ ਵੱਲੋਂ, ਜਿਹੜਾ ਰਿਸਪੌਂਸ ਬਣਦਾ ਵਿਰੋਧੀ ਦਲਾਂ ਵੱਲੋਂ, ਕੀ ਉੱਦਾਂ ਦਾ ਦਿੱਤਾ ਜਾਂਦਾ ਹੈ। ਸੋ ਜਦੋਂ ਇਹ ਸਾਰੇ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਉਦੋਂ ਇਹ ਲੱਗਦਾ ਹੈ ਕਿ ਜਦੋਂ ਅਕਾਲੀ ਦਲ ਦਾ ਵੀ ਰਾਜ ਸੀ, ਕਾਂਗਰਸ ਦਾ ਵੀ ਰਾਜ ਸੀ, ਉਦੋਂ ਤੋਂ ਜਿਵੇਂ ਅੱਜ ਸਾਰੇ ਲੋਕੀ
ਜਿਹੜੇ ਇਸ ਤਰ੍ਹਾਂ ਦੀ ਜਿਹੜੀ ਫਿਰਕਾ ਪ੍ਰਸਤੀ ਦੀ ਜਾਂ ਨਫ਼ਰਤ ਦੀ ਅੱਗ ਜਦੋਂ ਅੱਗੇ ਵੱਧਦੀ ਹੈ, ਉਹਦੇ ਅਗੇਂਸਟ ਜਾਂ ਉਸ ਅੱਗ ਨੂੰ ਵਧਾਉਣ ਦਾ ਸਾਨੂੰ ਕੋਈ ਲੱਗਦਾ ਹੈ ਕਿ ਇਹਦਾ ਜਿੰਮਾ ਇਸ 'ਤੇ ਜਾਂਦਾ ਹੈ, ਅਸੀਂ ਸਾਰੇ ਬੋਲਦੇ ਹਾਂ। ਪਹਿਲਾਂ ਕਈ ਕੇਸਾਂ 'ਚ ਕਈ ਵਾਰ ਬਹੁਤ ਸਾਰੇ ਲੋਕ ਉੱਥੇ ਬੋਲਦੇ ਨਹੀਂ, ਉਦੋਂ ਜ਼ਰੂਰ ਸਮਝ ਲੱਗਦੀ ਹੈ ਕਿ ਇਹ ਲੋਕ ਜਿਹੜੇ ਨੇ ਬੋਲਦੇ ਨਹੀਂ, ਇਹਦਾ ਕੋਈ ਕਾਰਨ ਹੈ। ਜੇ ਆਪਾਂ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰੀਏ ਅੱਜ ਅੰਮ੍ਰਿਤਪਾਲ ਦਾ ਤੇ ਸੁਧੀਰ ਸੂਰੀ ਦਾ, ਸੁਧੀਰ ਸੂਰੀ ਵੀ ਉੱਦਾਂ ਦੀ ਅੱਗ ਬੋਲਦਾ ਸੀ ਜਿੱਦਾਂ ਦੇ ਦੋਸ਼ ਅਸੀਂ ਅੰਮ੍ਰਿਤਪਾਲ ਤੇ ਲਾਉਂਦੇ ਹਾਂ। ਜੇ ਅੰਮ੍ਰਿਤਪਾਲ ਦੇ ਕੇਸ 'ਚ ਸਾਰੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ, ਤਾਂ ਸੁਧੀਰ ਸੂਰੀ ਦੇ ਸਮੇਂ ਨਾ ਅਕਾਲੀ ਦਲ ਨਾ ਬੀਜੇਪੀ ਉਹ ਕਿਉਂ ਨਹੀਂ ਬੋਲੇ, ਇਹ ਜਾਂ ਕਾਂਗਰਸ ਇਹਨੂੰ ਰੋਕਣ ਲਈ ਕਿਉਂ ਨਹੀਂ ਯਤਨ ਕੀਤੇ, ਉਹਦੇ ਤੇ ਕਿਉਂ ਨਹੀਂ ਪਰਚੇ ਦਰਜ ਕੀਤੇ, ਉਹਦੇ ਤੇ ਬਣਦੀਆਂ ਧਾਰਾਵਾਂ ਕਿਉਂ ਨਹੀਂ ਲਾਈਆਂ? ਇਹ ਸਵਾਲ ਬਣਦਾ ਹੈ। ਦੂਜਾ, ਉਸ ਨੂੰ ਤੁਸੀਂ ਸੁਰੱਖਿਆ ਦੇਤੀ, ਉਹ ਸੁਰੱਖਿਆ ਨੇ ਕੰਮ ਕੀਤਾ ਨਾ ਕੀਤਾ ਉਹ ਇੱਕ ਕੁਐਸਚਨ ਮਾਰਕ ਹੈ, ਪਰੰਤੂ ਉਹਨੂੰ ਸੁਰੱਖਿਆ ਦੇਣ ਦਾ ਮਤਲਬ ਉਹਨੂੰ ਅਹਿਮੀਅਤ ਦੇਤੀ। ਮੈਂ ਇਸ ਗੱਲ ਦੀ ਹੈਰਾਨੀ ਪ੍ਰਗਟ ਕਰਦਾ ਇੱਥੇ ਕਿ ਜਿੰਨੇ ਕ੍ਰਿਮੀਨਲ ਨੇ, ਕੱਲ੍ਹ ਨੂੰ ਹੁਣ ਗੋਲਡੀ ਬਰਾੜ ਨੇ ਜਾਂ ਗੋਲਡੀ ਬਰਾੜ ਦੇ ਸ਼ੂਟਰਾਂ ਨੇ ਇੱਕ ਕ੍ਰਾਈਮ ਕਮਿਟ ਕਰ ਲਿਆ, ਜਿਹਨੂੰ ਅਸੀਂ ਕ੍ਰਾਈਮ ਕਹਿੰਦੇ ਹਾਂ ਕਿ ਉਹਨਾਂ ਨੇ ਉੱਥੇ ਬੰਦਾ ਮਾਰਤਾ, ਉਹਨਾਂ ਨੇ ਜ਼ਿੰਮੇਵਾਰੀ ਲੈ ਲਈ। ਜੇ ਇਹ ਸ਼ੂਟਰ ਆਪਦੇ ਆਪ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਦੇ ਜਾਂ ਜਿਹੜੇ ਇਸ ਕੇਸ 'ਚ ਬੰਦੇ ਨਾਮਜ਼ਦ ਹੁੰਦੇ ਨੇ ਉਹ ਆਪਣੇ ਆਪ ਨੂੰ ਹਵਾਲੇ ਨਹੀਂ ਕਰਦੇ, ਕੀ ਫਿਰ ਉਹਨਾਂ ਨੂੰ ਸਾਰਿਆਂ ਨੂੰ ਸਰਕਾਰ ਸੁਰੱਖਿਆ ਦੇ ਦੇਵੇ? ਮਤਲਬ ਇਹ ਗੱਲ ਦੀ ਸਮਝ ਨਹੀਂ ਲੱਗਦੀ ਕਿ ਇਸ ਤਰ੍ਹਾਂ ਕਿਉਂ ਹੈ। ਜਿਹੜਾ ਬੰਦਾ ਦੋਸ਼ੀ ਹੈ ਜਾਂ ਜਿਹੜਾ ਦੋਸ਼ੀ ਨਾਮਜ਼ਦ ਹੋਇਆ ਹੈ, ਜਿੰਨਾ ਚਿਰ ਉਹ ਦੋਸ਼ ਰਹਿਤ ਨਹੀਂ ਹੁੰਦਾ ਉਹਨਾਂ ਚਿਰ ਤਾਂ ਉਹਨੂੰ ਉੱਦਾਂ ਹੀ ਟਰੀਟ ਕੀਤਾ ਜਾਵੇ ਨਾ। ਬਿਲਕੁਲ। ਹਾਂ, ਜੇ ਉਹ ਪੁਲਿਸ ਦੀ ਕਸਟਡੀ 'ਚ ਹੈ ਫਿਰ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਇੱਦਾਂ ਦੀ ਥ੍ਰੈਟ ਹੈ ਪੁਲਿਸ ਉਹਦੀ ਰਾਖੀ ਕਰੇ, ਉਹਨੂੰ ਇੱਕ ਮੌਕਾ ਦੇਵੇ, ਪ੍ਰੋਸੀਜਰ ਪੂਰਾ ਹੋਵੇ। ਸੋ ਇਹ ਸਾਰੇ ਬਿਰਤਾਂਤ ਦੇ ਵਿੱਚੋਂ ਇਸ ਕਰਕੇ ਆਪਾਂ ਦੋਸ਼ ਲਾਉਂਦੇ ਹਾਂ ਕਿ ਇਹ ਸਰਕਾਰੀ ਰਾਜਨੀਤਿਕ ਧਿਰਾਂ, ਜਿਵੇਂ ਸਾਰੇ ਹਿੰਦੁਸਤਾਨ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਦੋਂ ਉਹ ਇੱਕ ਆਪਣੇ ਹੈਦਰਾਬਾਦ ਦੇ ਮੈਂਬਰ ਪਾਰਲੀਮੈਂਟ, ਮੈਂ ਨਾਂ ਨਹੀਂ ਲੈਣਾ ਪਸੰਦ ਕਰੂੰਗਾ, ਜਦੋਂ ਉਹ ਅੱਗ ਉਗਲਦੇ ਨੇ ਕਿਸੇ ਇੱਕ ਕਮਿਊਨਿਟੀ ਦੇ ਵਿਰੁੱਧ ਤੇ ਉਹਦੇ ਵਿਰੁੱਧ ਕੋਈ ਉਸ ਕਿਸਮ ਦੀ ਕਾਰਵਾਈ ਨਹੀਂ ਕੀਤੀ ਜਿਵੇਂ ਦੂਜਿਆਂ ਦੇ ਖਿਲਾਫ ਕੀਤੀ ਜਾਂਦੀ ਹੈ। ਠੀਕ ਹੈ ਕਿ ਨਹੀਂ? ਇਹ ਜਿਹੜੇ ਮਾਪਦੰਡ ਨੇ ਇਹਦੇ ਵਿੱਚੋਂ ਜ਼ਰੂਰ ਲੱਗਦਾ ਹੈ ਕਿ ਇਹ ਚੀਜ਼ਾਂ ਨਫ਼ਰਤ ਫੈਲਾਉਣ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀਆਂ ਨੇ। ਕੱਲ੍ਹ ਇੱਕ ਕੇਸ ਦੇਖਿਆ ਮੈਂ ਇੱਦਾਂ ਹੀ, ਉਹ ਨਫ਼ਰਤ ਫੈਲਾਉਣ ਵਾਲੀ ਗੱਲ ਤੋਂ ਮੈਂ ਇਸ ਕਰਕੇ ਉਹਦਾ ਰੈਫਰੈਂਸ ਦੇ ਰਿਹਾ। ਕੱਲ੍ਹ ਇੱਕ ਕੇਸ ਸੁਪਰੀਮ ਕੋਰਟ ਨੇ ਇੱਕ ਝਾੜ ਮਾਰੀ ਹੈ ਸਰਕਾਰ ਨੂੰ ਕਿ ਇੱਕ ਵਿਅਕਤੀ ਜਿਹੜਾ ਇੱਕ ਵਿਸ਼ੇਸ਼ ਪਾਰਟੀ, ਜਿਹੜੀ ਰੂਲਿੰਗ ਪਾਰਟੀ ਹੈ, ਉਹਦਾ MLA ਹੈ, ਉਹਦੇ ਖਿਲਾਫ ਇੱਕ ਸਜ਼ਾ ਹੋ ਗਈ ਅਪ੍ਰੈਲ 'ਚ। ਹਾਲੇ ਤੱਕ ਉਹਦੀ ਸਦੱਸਿਅਤਾ ਰੱਦ ਨਹੀਂ ਸੀ ਕੀਤੀ ਤੇ ਨਾ ਹੀ ਚੋਣ ਕਮਿਸ਼ਨ ਨੂੰ ਲਿਖਿਆ ਵੀ ਇਹਦੀ ਚੋਣ ਕਰਵਾ ਦਿੱਤੀ ਜਾਵੇ। ਹੁਣ ਇੱਕ ਵਿਅਕਤੀ ਨੂੰ ਸਜ਼ਾ ਹੋ ਜਾਂਦੀ ਹੈ, ਆਜ਼ਮ ਖਾਨ ਨੂੰ। ਉਸ ਤੋਂ ਦੂਜੇ ਹੀ ਦਿਨ ਜਿੱਦੇ ਸਜ਼ਾ ਹੁੰਦੀ ਹੈ, ਦੂਜੇ ਦਿਨ ਇਹ ਫਟਾਫਟ ਫਾਈਲ ਚੱਲਦੀ ਹੈ ਕਿ ਇਹਦੀ ਸਦੱਸਤਾ ਵੀ ਰੱਦ ਕਰਤੀ ਸਪੀਕਰ ਨੇ। ਉਹਦੇ ਕਰਕੇ ਜਿਹੜੀ ਉਹਦੀ ਪੈਂਡਿੰਗ ਸੀ ਉਹਦੀ ਵੀ ਸਦੱਸਤਾ ਰੱਦ ਕਰਨੀ ਪਈ। ਬਿਲਕੁਲ। ਤੇ ਉਸ ਤੋਂ ਬਿਲਕੁਲ ਤੁਰੰਤ ਬਾਅਦ, ਕਹਿ ਲਓ 1 ਦਿਨ 2 ਦਿਨ ਬਾਅਦ, ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਵੀ ਕਰਤੀ ਕਿ ਇਹਦੀ ਚੋਣ ਕਦੋਂ, ਵੀ ਇਹ ਖਾਲੀ ਡਿਕਲੇਅਰ ਕਰਕੇ ਇਹਦੀ ਚੋਣ ਕਦੋਂ ਹੋਣੀ ਹੈ। ਸੋ ਇਸ ਕਰਕੇ ਜਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਇਹ ਚੀਜ਼ਾਂ ਤੋਂ ਫਿਰ ਇਹ ਲੱਗਦਾ ਹੈ ਕਿ ਸਰਕਾਰਾਂ ਜਾਂ ਸਰਕਾਰਾਂ ਦੀਆਂ ਏਜੰਸੀਆਂ ਪ੍ਰੋਤਸਾਹਨ ਤਾਂ ਦੇ ਰਹੀਆਂ ਨੇ ਇਹ ਚੀਜ਼ ਨੂੰ ਕਿ ਮਾਪਦੰਡ ਜਦੋਂ ਸਾਰਿਆਂ ਲਈ ਇੱਕੋ ਜਿਹੇ ਨਹੀਂ ਹੁੰਦੇ ਤਾਂ ਇਹ ਦੋਸ਼ ਲੱਗਣਗੇ। ਇਹ ਕਾਰਨ ਹੈ ਜਿਹਦੇ ਕਰਕੇ ਇਹ ਦੋਸ਼ ਲਾਏ ਜਾਂਦੇ ਨੇ। ਕਿ ਦੂਸਰਾ, ਜੇ ਆਪਾਂ ਸੋਚੀਏ ਇਸ ਗੱਲ ਨੂੰ ਦੂਜੀ ਤਰ੍ਹਾਂ ਕਿ ਇਹ ਸਭ ਦਾ ਫਾਇਦਾ ਕਿਹਨੂੰ ਹੋ ਰਿਹਾ ਹੈ? ਪੂਰੇ ਦੇਸ਼ 'ਚ ਇੱਕ ਮਾਹੌਲ ਇੱਦਾਂ ਦਾ ਬਣਦਾ ਜਾ ਰਿਹਾ ਹੈ, ਚਾਹੇ ਉਹ 'ਚ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਥੋੜ੍ਹੇ ਚਿਰੇ ਸਮੇਂ ਦੇ ਲਈ, ਜਿਹਨੂੰ ਸ਼ਾਰਟ ਟਰਮ ਅਸੀਂ ਕਹਿੰਦੇ ਹਾਂ, ਉਹਦੀ ਲਾਭ ਲੈਣ ਲਈ ਇਹਨਾਂ ਨੇ ਵੀ ਕੀਤਾ ਹੈ। ਮੈਂ ਇਹ ਪਹਿਲੀ ਵਾਰੀ ਸੁਣਿਆ, ਇਹ ਸ਼ਬਦ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ
ਪ੍ਰਧਾਨ ਮੰਤਰੀ ਜੀ ਦੇ ਮੂੰਹੋਂ ਕਿ ਅਸੀਂ ਕਾਂਗਰਸ ਮੁਕਤ ਭਾਰਤ ਚਾਹੁੰਦੇ ਹਾਂ। ਕਾਂਗਰਸ ਮੁਕਤ ਭਾਰਤ ਜਦੋਂ ਕਿਸੇ ਵਿਸ਼ੇਸ਼ ਪਾਰਟੀ ਦਾ ਨਾਮ ਲੈਂਦੇ ਹੋ, ਤੁਸੀਂ ਉੱਥੇ ਇਹ ਕਹਿਣਾ ਚਾਹੀਦਾ ਹੈ, ਜੇ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਇੱਕ ਕਰਪਟ ਪਾਰਟੀ ਹੈ, ਉੱਥੇ ਨਾਰਾ ਇਹ ਹੋਣਾ ਚਾਹੀਦਾ ਕਿ ਅਸੀਂ ਕਰਪਸ਼ਨ ਮੁਕਤ ਭਾਰਤ ਚਾਹੁੰਦੇ ਹਾਂ। ਅਸੀਂ ਉਹ ਭਾਰਤ ਚਾਹੁੰਦੇ ਹਾਂ ਜਿੱਥੇ ਫੇਵਰੇਟਿਜ਼ਮ, ਭਾਈ ਭਤੀਜਾਵਾਦ ਨਾ ਹੋਵੇ। ਕਾਂਗਰਸ ਮੁਕਤ ਭਾਰਤ ਦਾ ਲੋਕਤੰਤਰ ਦੇ ਵਿੱਚ ਕਿਸੇ ਨੂੰ ਵੀ ਇਹ ਕਹਿਣਾ, ਜਦੋਂ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ ਕਿ ਕੋਈ ਵੀ ਬੰਦਾ ਰਾਜਨੀਤਿਕ ਗਤੀਵਿਧੀਆਂ ਕਰ ਸਕਦਾ ਹੈ, ਤੇ ਫਿਰ ਇਹ ਕਹਿਣਾ ਕਿ ਆਹ ਪਾਰਟੀ ਤੋਂ ਮੁਕਤ ਹੋਵੇ, ਮੈਨੂੰ ਬਾਕੀ ਮੈਨੂੰ ਨਹੀਂ ਪਤਾ, ਜਾਤੀ ਤੌਰ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਕਾਨੂੰਨ ਦੀ ਸਪਿਰਿਟ ਦੇ ਖਿਲਾਫ ਹੈ। ਤੇ ਇਹਦੇ ਵਿੱਚ ਜਿਹੜੀਆਂ ਲਾਅ ਐਂਡ ਆਰਡਰ ਮੇਨਟੇਨ ਕਰਦੀਆਂ ਏਜੰਸੀਆਂ ਨੇ, ਇਹਨਾਂ ਨੂੰ ਉਹਦੀ ਐਕਟ ਕਰਨਾ ਚਾਹੀਦਾ ਕਿ ਇੱਦਾਂ ਦੇ ਬਿਆਨ ਨਹੀਂ ਦਿੱਤਾ ਜਾ ਸਕਦਾ, ਇਹ ਤੁਸੀਂ ਗਲਤ ਦੇ ਰਹੇ ਹੋ, ਇਹ ਨਿਯਮਾਂ ਦੇ ਉਲਟ ਹੈ, ਇਹ ਲੋਕਤੰਤਰ ਦੇ ਉਲਟ ਹੈ, ਇਹ ਸਾਡੇ ਸੰਵਿਧਾਨ ਦੀ ਰੀਅਲ ਸਪਿਰਿਟ ਦੇ ਉਲਟ ਹੈ। ਮਤਲਬ ਇੱਕ ਪਾਸੇ ਤਾਂ ਤੁਸੀਂ ਕਹੋ ਇੱਕ ਪਾਰਟੀ ਜਾਂ ਇੱਕ ਧਿਰ ਜਾਂ ਇੱਕ ਕੋਈ ਵਿੰਗ, ਉਹਨੂੰ ਇਹ ਕਹਿਣ ਦੀ ਆਗਿਆ ਹੈ ਕਿ ਅਸੀਂ ਹਿੰਦੂ ਰਾਸ਼ਟਰ ਚਾਹੁੰਦੇ ਹਾਂ। ਦੂਜੇ ਪਾਸੇ ਤੁਸੀਂ ਕਹੋ ਕਿ ਇੱਕ ਹੋਰ ਜਿਹੜੀ ਧਿਰ ਹੈ ਉਹ ਕਹਿੰਦੀ ਹੈ ਸਾਨੂੰ ਖਾਲਿਸਤਾਨ ਚਾਹੀਦਾ, ਉਹ ਕਹਿੰਦੇ ਨਾ ਇਹ ਦੇਸ਼ ਤੋੜਨ ਵਾਲੀ ਗੱਲ ਹੈ। ਮਤਲਬ ਇਹ ਸਾਰੇ ਕਿਸੇ ਚੀਜ਼ਾਂ ਨੂੰ ਬਰਾਬਰ ਕਿਉਂ ਨਹੀਂ ਸਮਝਿਆ ਜਾ ਰਿਹਾ? ਇਹ ਸਾਰੇ ਕਿਸੇ ਤੋਂ ਇਸੇ ਗੱਲ ਨੂੰ ਬਣਾ ਕੇ ਤਾਂ ਜਿਹੜੇ ਸਿੱਖ ਆਗੂ ਕੋਈ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਜਿਵੇਂ ਸਿਮਰਜੀਤ ਸਿੰਘ ਮਾਨ ਹੈ ਨਾ, ਜਾਂ ਤਮਾਮ ਹੋਰ ਆਗੂ, ਉਹ ਫਿਰ ਇਸੇ ਗੱਲ ਨੂੰ ਬਣਾ ਕੇ ਕਹਿੰਦੇ ਨੇ ਸਿੱਖ ਗੁਲਾਮ ਨੇ ਹਿੰਦੁਸਤਾਨ ਦੇ ਵਿੱਚ, ਇਸੇ ਗੱਲ ਨੂੰ ਉਦਾਹਰਨ ਬਣਾਉਂਦੇ ਨੇ। ਦੇਖੋ, ਪਹਿਲੀ ਗੱਲ ਤਾਂ ਜਿਹੜਾ ਕੋਈ ਕਹਿੰਦਾ ਵੀ ਸਿੱਖ ਗੁਲਾਮ ਨੇ, ਸ਼ਾਇਦ ਇਹ ਉਹਦੀ ਮਾਨਸਿਕਤਾ ਹੈ ਕਿ ਉਹਨੂੰ ਲੱਗਦਾ ਮੈਂ ਗੁਲਾਮ ਹਾਂ, ਇਹ ਕਿਸੇ ਨੂੰ ਇਹ ਕੋਈ ਅਧਿਕਾਰ ਨਹੀਂ, ਉਹ ਸਾਰੇ ਸਿੱਖਾਂ ਨੂੰ ਕਹਿ ਦੇਵੇ ਵੀ ਸਾਰੇ ਸਿੱਖ ਗੁਲਾਮ ਨੇ। ਸਾਰੇ ਸਿੱਖ ਗੁਲਾਮ ਨਹੀਂ, ਜਾਂ ਸਾਰੇ ਸਿੱਖਾਂ ਦੀਆਂ ਕੋਈ ਪ੍ਰਤੀਨਿਧ ਪਾਰਟੀਆਂ ਕਿਤੇ ਰੈਜੂਲੇਸ਼ਨ ਪਾਸ ਕਰਕੇ ਕਹਿਣ ਕਿ ਉਹਨਾਂ ਨੂੰ ਲੱਗੇ ਕਿ ਸਾਨੂੰ ਸਭ ਨੂੰ ਲੱਗਦਾ ਸਿੱਖ ਗੁਲਾਮ ਨੇ, ਸਿੱਖ ਉਹਨੂੰ ਤਾਇਦ ਕਰਨ, ਫਿਰ ਅਸੀਂ ਮੰਨ ਸਕਦੇ ਹਾਂ। ਇੱਦਾਂ ਕਿਸੇ ਬਾਰੇ ਇਹ ਬਿਆਨ ਦੇਣਾ, ਮੈਂ ਪਰਸਨਲੀ ਇਹ ਸਮਝਦਾ ਕਿ ਇਹ ਠੀਕ ਨਹੀਂ। ਪਰੰਤੂ ਉਹ ਕੀ ਹੈ ਕਿ ਭਾਵੁਕਤਾ ਨੂੰ, ਇਮੋਸ਼ਨਸ ਨੂੰ ਇਹ ਇਕੱਲੇ ਸਿੱਖ ਨਹੀਂ, ਦੂਜੇ ਲੋਕ ਵੀ ਕਰਦੇ ਨੇ। ਮਤਲਬ ਇਹ ਕਹਿ ਦੇਣਾ ਕਿਸੇ ਇੱਕ ਪਾਰਟੀ ਦਾ ਕਿ ਸਾਡਾ ਤਾਂ ਏਜੰਡਾ ਇਹ ਹੈ, ਸਾਨੂੰ ਇੱਕ ਹੋਰ ਧਿਰ ਦੀ ਵੋਟ ਚਾਹੀਦੀ ਨਹੀਂ, ਮਤਲਬ ਇਹ ਵੀ ਲੋਕਤੰਤਰ ਦੇ ਉਲਟ ਹੈ। ਕਿਉਂ ਨਹੀਂ ਚਾਹੀਦੀ? ਵੋਟ ਤਾਂ ਵੋਟ ਹੈ, ਠੀਕ ਹੈ ਨਹੀਂ? ਤੁਸੀਂ ਇੱਕ ਧਿਰ ਨੂੰ ਐ ਕਿਵੇਂ ਨਖੇੜ ਸਕਦੇ ਹੋ? ਤੁਸੀਂ ਜਿਹੜੀ ਵੋਟ ਨੈਗੇਟਿਵ ਨਹੀਂ ਕਰੀਦੀ ਹੁੰਦੀ, ਵੋਟ ਮੰਗਣੀ ਹੈ, ਤੁਹਾਡਾ ਰਾਈਟ ਹੈ। ਤੁਸੀਂ ਇਹ ਕਹੋ ਕਿ ਇੰਨਾ ਕੰਮਾਂ ਦੇ ਆਧਾਰ ਤੇ ਅਸੀਂ ਅੱਛੇ ਕੰਮ ਕਰ ਰਹੇ ਹਾਂ, ਇਸ ਕਰਕੇ ਕਮਿਊਨਿਟੀ ਸਾਨੂੰ ਵੋਟ ਦੇਵੇ। ਪਰੰਤੂ ਇੱਥੇ ਉਲਟ ਹੈ। ਇਹ ਵਿਚਾਰਧਾਰਾ ਹੈ ਜਿਹੜੀ, ਇਹ ਇੱਕ ਪਾਰਟੀ 'ਚ ਨਹੀਂ ਹੈਗੀ, ਇਹ ਸਾਰੀਆਂ ਪਾਰਟੀਆਂ 'ਚ ਹੈ। ਇਸੇ ਬਿਰਤਾਂਤ ਦੇ ਨਾਲ ਇੱਕ ਉਦਾਹਰਨ ਤੁਹਾਨੂੰ ਮੈਂ ਇਹ ਦੇਵਾਂਗਾ ਅਕਾਲੀ ਦਲ ਦੀ। ਕੱਲ੍ਹ SGPC ਦੀ ਚੋਣ ਹੋ ਕੇ ਹਟੀ ਹੈ। ਤੁਹਾਡੇ ਇੱਕ ਪਹਿਲੇ ਪ੍ਰੋਗਰਾਮ 'ਚ ਮੈਂ ਇਹ ਖਦਸ਼ਾ ਜ਼ਾਹਰ ਕੀਤਾ ਸੀ, ਕਿਉਂਕਿ ਚੁਣੇ ਹੋਏ ਮੈਂਬਰ ਨੇ, ਉਹ ਉਹਨਾਂ ਨਾਲ ਹੀ ਨੇ, ਕਿ ਚਾਂਸਸ ਇਹ ਨੇ ਕਿ ਬਾਦਲਾਂ ਦਾ ਧੜਾ ਫਿਰ ਜਿੱਤ ਜਾਏਗਾ। ਚਲੋ ਉਹ ਜਿੱਤ ਵੀ ਗਿਆ, ਪਰੰਤੂ ਸਾਰੇ ਅਕਾਲੀ ਦਲ ਨੇ ਬੜੀ ਦੁਹਾਈ ਪਾਈ ਕਿ ਜੀ ਲਾਲਪੁਰਾ ਸਾਹਿਬ ਵਿੱਚ ਕੁੱਦਵੇ ਜੀ, ਉਹ BJP ਦਾ ਦੇਖੋ ਜੀ ਇੱਕ ਦਖਲ ਹੋ ਗਿਆ, ਉਹ RSS ਦਾ ਦਖਲ ਹੋ ਗਿਆ, ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲੀ ਗਈ। ਮੈਂ ਇਹ ਕਹਿਣਾ ਕਿ ਕੀ ਅਕਾਲੀ ਦਲ ਦੇ ਵਿੱਚ ਹਿੰਦੂ ਪ੍ਰਤੀਨਿਧ ਨਹੀਂ ਹੈਗੇ? ਉਹਨਾਂ ਦੇ MLA ਨਹੀਂ ਸੀ, ਉਹਨਾਂ ਦੇ ਮੰਤਰੀ ਨਹੀਂ ਸੀ, ਫਿਰ ਉਦੋਂ SGPC 'ਚ ਹਿੰਦੂਆਂ ਦਾ ਦਖਲ ਸੀ ਕਿ ਨਹੀਂ? ਫਿਰ ਉਹ ਕਹਿਣਗੇ ਨਹੀਂ, ਕਿਉਂਕਿ ਇੱਥੇ ਤਾਂ ਸਿੱਖ ਸਿਰਫ ਵੋਟ ਪਾ ਸਕਦੇ। ਤੇ ਫਿਰ ਲਾਲਪੁਰਾ ਵੀ ਸਿੱਖ ਹੈ, ਫਿਰ ਅਮਰਿੰਦਰ ਵੀ ਸਿੱਖ ਹੈ, ਫਿਰ ਜਿਹੜੇ ਆਪਣੇ ਉਹ ਨੇ ਦਿੱਲੀ ਕਮੇਟੀ ਵਾਲੇ ਸਰਸਾ ਜੀ, ਉਹ ਵੀ ਸਿੱਖ ਨੇ। ਇਹ ਕਿਹਾ ਜਾ ਸਕਦਾ ਕਿ BJP ਦੇ ਸਿੱਖ ਵੀ ਸਿਆਸਤ ਕਰ ਰਹੇ ਨੇ, ਤੇ ਸਿੱਖਾਂ ਨੂੰ ਸਿਆਸਤ ਦੀ, ਜਾਂ ਤਾਂ ਅਕਾਲੀ ਦਲ ਕਹੇ ਕਿ ਐਜ ਰਾਜਨੀਤਿਕ ਪਾਰਟੀ ਅਸੀਂ ਕੋਈ ਧਰਮ ਦੀ ਸਿਆਸਤ ਨਹੀਂ ਕਰਾਂਗੇ, SGPC ਦੀ ਵੱਖਰੀ ਆਪਦੀ ਸਿਆਸਤ ਹੋਏਗੀ। SGPC ਦੀ ਸਿਆਸਤ ਹੋਣੀ ਨਹੀਂ ਚਾਹੀਦੀ। ਜਿਹੜੀ SGPC ਦੀ ਇਲੈਕਸ਼ਨ ਹੈ ਉਹ ਸਿਆਸਤ ਦੀ ਹੈ ਹੀ ਨਹੀਂ। SGPC ਦੀ ਇਲੈਕਸ਼ਨ ਹੈ ਜਿਹੜੀ ਸਿਰਫ ਧਰਮ ਪ੍ਰਬੰਧਨ ਦੀ, ਧਾਰਮਿਕ ਪ੍ਰਬੰਧਾਂ ਦੀ ਗੱਲ ਹੈ ਕਿ ਧਾਰਮਿਕ ਪ੍ਰਬੰਧ ਅਸੀਂ ਕਿਹੜੀ ਧਿਰ ਨੂੰ ਦੇਣੇ ਨੇ, ਆ ਕਰੇਗਾ ਕਿ ਆ ਕਰੇਗਾ। ਮਤਲਬ ਉੱਥੇ ਅਕਾਲੀ ਦਲ ਜਾਂ BJP ਜਾਂ ਇਹਨਾਂ ਦੀ ਗੱਲ ਹੋਣੀ ਨਹੀਂ ਚਾਹੀਦੀ। ਬਿਲਕੁਲ। ਪਰੰਤੂ ਜਦੋਂ ਜਿਹਨੂੰ ਸੂਟ ਕਰਦਾ ਹੈ ਉਦੋਂ ਉਹ ਇੱਦਾਂ ਕਰ ਲੈਂਦੇ ਨੇ, ਜਦੋਂ ਸੂਟ ਨਹੀਂ ਕਰਦਾ ਫਿਰ ਉਹਦਾ ਹੋਰ ਦਲੀਲ ਲੈ ਲੈਂਦੇ ਨੇ। ਇਹ ਜਿਹੜੀਆਂ ਦਲੀਲਾਂ ਨੇ ਇਹ ਕੋਈ ਬਹੁਤ ਅੱਛੀਆਂ ਨਹੀਂ। ਹਾਂ, ਮਾੜੀ ਗੱਲ ਇਸ ਤੋਂ ਵੀ ਅੱਗੇ ਇਹ ਹੈ ਕਿ ਜਿਹੜਾ ਮੀਡੀਆ ਹੈ ਉਹ ਧਿਰ ਬਣ ਗਿਆ ਹੈ। ਮੀਡੀਆ ਨੂੰ ਚਾਹੀਦਾ ਸੀ ਕਿ ਉਹ ਪੁਰਾਣੇ ਸਮੇਂ ਦੇ ਸਾਰੇ ਬਿਆਨ ਕੱਢ ਕੇ ਦਿਖਾਉਂਦੇ ਕਿ ਜੇਕਰ
ਬਾਦਲ ਸਾਹਿਬ RSS ਦੇ ਚੀਫ ਸੁਦਰਸ਼ਨ ਦੇ ਪੈਰੀਂ ਹੱਥ ਲਾਉਂਦੇ ਨੇ, ਫਿਰ RSS ਦਾ ਕੋਈ ਦਖਲ ਨਹੀਂ। ਜੇਕਰ ਬੀਬੀ ਜਗੀਰ, ਮੈਂ ਬੀਬੀ ਜਗੀਰ ਕੌਰ ਦਾ ਹਮਾਇਤੀ ਨਹੀਂ ਹਾਂ, ਜੇਕਰ ਬੀਬੀ ਜਗੀਰ ਕੌਰ ਦੀ ਪ੍ਰਧਾਨ ਮੰਤਰੀ ਨਾਲ ਫੋਟੋ ਆਉਂਦੀ ਹੈ, ਇਹ RSS ਦਾ ਦਖਲ ਹੈ। ਮਤਲਬ ਇਹ ਸਾਰੀਆਂ ਨਾ ਦਲੀਲਾਂ ਮੀਡੀਆ ਇਸ ਤਰ੍ਹਾਂ ਮੁਤਾਬਕ ਉਹ ਤਾਂ ਫਿਰ ਪੋਲੀਟੀਕਲ ਬੰਦੇ ਆਪਣੇ ਮੁਤਾਬਕ ਅਰਥ ਕੱਢਦੇ। ਹਾਂ, ਸੋ ਇਸ ਕਰਕੇ ਮੈਂ ਕਹਿਣਾ ਕਿ ਜਦੋਂ ਸਾਰਾ ਕੁਝ ਇਹਨਾਂ ਨੂੰ ਸੂਟ ਕਰਦਾ ਹੈ, ਇੱਕ ਸਮਾਂ ਸੀ ਬਾਦਲ ਸਾਹਿਬ ਜਿਨ੍ਹਾਂ ਨੂੰ ਅਸੀਂ ਅੱਤਵਾਦੀ ਕਹਿੰਦੇ ਰਹੇ ਹਾਂ ਉਹਨਾਂ ਦੇ ਵਿਰੁੱਧ ਸੀ, ਟੌੜਾ ਸਾਹਿਬ ਉਹ ਅੱਤਵਾਦੀਆਂ ਦੇ ਵਿਰੁੱਧ ਸੀ, ਪਰੰਤੂ ਫਿਰ ਸਮਾਂ ਆਉਂਦਾ ਸਾਰੇ ਉਹਨਾਂ ਦੇ ਭੋਗਾਂ 'ਤੇ ਚਲੇ ਜਾਂਦੇ ਨੇ। ਹੁਣ ਵੀ ਉਹੀ SGPC ਬੇਅੰਤ ਸਿੰਘ ਸਤਵੰਤ ਸਿੰਘ ਦਾ ਦਿਨ ਸੈਲੀਬ੍ਰੇਟ ਕਰਦੀ ਹੈ, ਸੁੱਖੇ ਜਿੰਦੇ ਦਾ ਦਿਨ ਸੈਲੀਬ੍ਰੇਟ ਕਰਦੇ ਨੇ, ਪਰ ਇਹੀ ਗੱਲ ਜਦੋਂ ਅੰਮ੍ਰਿਤਪਾਲ ਕਹਿੰਦਾ ਫਿਰ ਉਹ ਕਹਿੰਦੇ ਨੇ ਅੰਮ੍ਰਿਤ ਇਹ ਜੀ ਵੱਖਰੀ ਰਾਜਨੀਤੀ ਹੈ, ਇਹ ਵੱਖਵਾਦ ਦੀ ਰਾਜਨੀਤੀ ਹੈ। ਸ਼੍ਰੋਮਣੀ ਅਕਾਲੀ ਦਲ ਤੇ SGPC ਨੇ ਸਪੋਰਟ ਕੀਤੀ ਹੈ ਅੰਮ੍ਰਿਤਪਾਲ ਨੂੰ। ਮੈਂ ਤੁਹਾਨੂੰ ਇਹੀ ਕਹਿਣਾ ਕਿ ਆਹੀ ਤਾਂ ਬਦਲੀ ਹੈ, ਜਦੋਂ ਜੀ ਕਰਦਾ ਕੀਤੀ ਹੈ, ਜੇ ਇਹਨਾਂ ਦੀ ਸਰਕਾਰ ਆ ਗਈ ਫਿਰ ਵਿਰੋਧ ਚ ਹੋਣਗੇ। ਮੈਂ ਤੁਹਾਨੂੰ ਇਹੀ ਗੱਲ ਕਹਿਣਾ ਕਿ ਬੰਦੇ ਦੇ ਜਿਹੜੀ ਆਈਡੀਆਲੋਜੀ ਕਹਿੰਦੇ ਅਸੀਂ ਨਾ, ਆਈਡੀਆਲੋਜੀ ਨੂੰ ਜੇ ਫੋਲੋ ਕਰਨਾ ਹੈ ਉਹ ਚਿਰ ਸਥਾਈ ਫੋਲੋ ਕਰੀਦੀ। ਐ ਨਹੀਂ ਹੈਗਾ ਵੀ ਅੱਜ ਮੈਂ BJP ਦੇ ਹੱਕ 'ਚ ਹਾਂ, ਕੱਲ੍ਹ ਨੂੰ ਮੈਂ ਅਕਾਲੀ ਦਲ ਦੇ ਹੱਕ 'ਚ ਹੋ ਜਾਊਂਗਾ। ਇਹਦਾ ਮਤਲਬ ਜਾਂ ਤਾਂ ਮੈਂ ਠੀਕ ਆਈਡੀਆਲੋਜੀ ਪਹਿਲਾਂ ਨਹੀਂ ਸੀ, ਸਿਧਾਂਤ ਪਹਿਲਾਂ ਪੜ੍ਹਿਆ ਨਹੀਂ ਸੀ, ਬਿਨਾਂ ਸਿਧਾਂਤ ਤੋਂ ਹੀ ਉਹਨਾਂ ਦੇ ਨਾਲ ਲੱਗ ਗਿਆ ਸੀ, ਹੁਣ ਮੈਨੂੰ ਸਮਝ ਆ ਗਈ, ਜਾਂ ਮੇਰੀ ਜ਼ਿੰਦਗੀ ਦਾ ਸਿਧਾਂਤ ਹੀ ਪੈਸੇ ਕਮਾਉਣਾ, ਜਿੱਥੋਂ ਮੈਨੂੰ ਪੈਸੇ ਆ ਰਹੇ ਨੇ ਮੈਂ ਤਾਂ ਉਹਨਾਂ ਨਾਲ ਲੱਗੂੰਗਾ, ਮੇਰਾ ਸਿਧਾਂਤ ਸਦੂਤ ਨਾਲ ਕੋਈ ਸੰਬੰਧ ਨਹੀਂ। ਸੋ ਇਸ ਕਰਕੇ ਜੇ ਇਹਨੂੰ ਆਪਾਂ ਮੋਟੇ ਰੂਪ 'ਚ ਦੇਖੀਏ ਕਿ ਸਾਡੀਆਂ ਰਾਜਨੀਤਿਕ ਪਾਰਟੀਆਂ ਦਾ ਕੋਈ ਸਿਧਾਂਤ ਨਹੀਂ ਰਿਹਾ, ਦਿਖਾਵੇ ਲਈ ਭਾਵੇਂ ਉਹਨਾਂ ਦੇ ਕਨਸਟੀਟਿਊਸ਼ਨ ਨੇ, ਦਿਖਾਵੇ ਲਈ ਭਾਵੇਂ ਉਹਨਾਂ ਦਾ ਸਭ ਕੁਝ ਹੈ। ਜੇ ਇੱਕ ਪੋਲੀਟੀਕਲ ਪਾਰਟੀ ਦਾ ਪ੍ਰਧਾਨ, ਅਕਾਲੀ ਦਲ ਦਾ ਪ੍ਰਧਾਨ ਸਾਰੇ ਮੈਂਬਰਾਂ ਨੂੰ ਮੀਟਿੰਗ ਕਰਕੇ ਕਹਿ ਰਿਹਾ ਹੈ ਵੀ ਇਹਨੂੰ ਵੋਟ ਪਾਉਣੀ ਹੈ, ਤੇ ਦੂਜੀ ਪੋਲੀਟੀਕਲ ਪਾਰਟੀ ਦਾ ਪ੍ਰਧਾਨ ਜਾਂ ਉਹਨਾਂ ਦੇ ਨੁਮਾਇੰਦੇ ਆਪਣੇ ਸਿੱਖ ਮੈਂਬਰਾਂ ਨੂੰ ਕਿਉਂ ਨਹੀਂ ਕਹਿ ਸਕਦੇ ਕਿ ਆਪਣੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ? ਮਤਲਬ ਉਹ ਹਿੰਦੂ ਤਾਂ ਉਹਨਾਂ 'ਚ ਮੈਂਬਰ ਨਹੀਂ ਹੈਗੇ, ਤਾਂ ਸਿੱਖ ਹੀ ਨਾ। ਜੇ ਉਹਨਾਂ ਦੇ ਵੀ ਕੋਈ ਸਿੱਖ ਮੈਂਬਰ ਨੇ ਤਾਂ ਉਹਨਾਂ ਦਾ ਵੀ ਮੈਨੂੰ ਲੱਗਦਾ ਇਕੁਅਲ ਰਾਈਟ ਹੈ ਕਿ ਉਹਨਾਂ ਨੂੰ ਦਿਸ਼ਾ ਦੇਣ ਵੀ ਭਾਈ ਆਪਣਾ ਆਹ ਸਟੈਂਡ ਹੈ। ਸੋ ਇਸ ਕਰਕੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਹੁਣ ਜਿਹੜੀ ਇੱਕ ਨਵੀਂ ਸਥਿਤੀ ਉੱਭਰ ਰਹੀ ਹੈ ਉਹ ਇਹ ਹੈ ਕਿ BJP ਨੇ ਇੱਕ ਨਾਅਰਾ ਦਿੱਤਾ ਕਾਂਗਰਸ ਮੁਕਤ ਭਾਰਤ। ਉਹਨਾਂ ਦੇ 24 'ਚ 10 ਸਾਲ ਪੂਰੇ ਹੋ ਜਾਣਗੇ। ਅਗਲੇ ਸਾਲ ਅਗਲੇ 5 ਸਾਲ ਉਹਨਾਂ ਨੂੰ ਮਿਲਣਗੇ ਜਾਂ ਨਹੀਂ ਮਿਲਣਗੇ ਇਹ ਉਹਨਾਂ ਨੂੰ ਖਦਸ਼ਾ ਹੈ, ਪਰੰਤੂ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਕਾਂਗਰਸ ਨਹੀਂ ਰਿਵਾਈਵ ਕਰੇਗੀ। BJP ਨੂੰ ਲੱਗਦਾ, ਮੈਂ ਕਹਿਣਾ ਇਹ ਮੇਰੀ ਰਾਏ ਨਹੀਂ ਹੈਗੀ, ਉਹਨਾਂ ਨੂੰ ਲੱਗਦਾ ਕਿ ਕਾਂਗਰਸ ਨਹੀਂ ਰਿਵਾਈਵ ਕਰੇਗੀ, ਪਰੰਤੂ ਉਹਨਾਂ ਨੂੰ ਵੀ ਇੱਕ ਡਰ ਹੋਇਆ ਪਿਆ ਹੈ ਕਿ 10 ਸਾਲ ਦੀ ਐਂਟੀ ਇਨਕੰਬੈਂਸੀ, ਜਿਹਦੇ ਵਿੱਚ ਕਰੋਨਾ ਆ ਗਿਆ, ਜਿਹਦੇ ਵਿੱਚ ਨੋਟਬੰਦੀ ਆ ਗਈ, ਜਿਹਦੇ ਵਿੱਚ ਮਹਿੰਗਾਈ ਆ ਗਈ, ਜਿਹਦੇ ਵਿੱਚ ਬੇਰੁਜ਼ਗਾਰੀ ਆ ਗਈ, ਉਹ ਸਾਰੇ ਕਾਰਨਾਂ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਨੂੰ ਅੱਗੇ ਸਮਾਂ ਨਾ ਮਿਲੇ, ਤੇ ਉਹ ਇਹਨਾਂ ਹਾਲਾਤਾਂ ਨੂੰ ਵਧਣ ਫੁੱਲਣ ਦੇਣ ਦੇ ਵਿੱਚ ਉਹ ਵੀ ਬਲਦੀ ਤੇ ਤੇਲ ਪਾ ਰਹੇ ਨੇ ਕਿ ਇਹ ਨਾਰਾ ਸਭ ਤੋਂ ਵਧੀਆ ਹੈ ਕਿ ਦੇਸ਼ ਬਚਾਓ, ਦੇਸ਼ ਤੇ ਸੰਕਟ ਆ ਗਿਆ, ਦੇਸ਼ ਦੀ ਏਕਤਾ ਤੇ ਸੰਕਟ ਹੈ, ਇਸ ਕਰਕੇ ਆਪਾਂ ਸਾਰੇ ਪਹਿਲਾਂ ਆਹ ਕੰਮ ਕਰ ਲਓ, ਬਾਕੀ ਗੱਲਾਂ ਆਪਾਂ ਬਾਅਦ 'ਚ ਕਰ ਲਾਂਗੇ। ਇਹਨਾਂ ਦਾ ਥੋੜ੍ਹਾ ਚਿਰ ਜਿਹੜਾ ਜਿਹਨੂੰ ਅਸੀਂ ਸ਼ਾਰਟ ਟਰਮ ਪਲਾਨ ਹੁੰਦੀ ਹੈ ਉਹ ਹੁੰਦੀ ਹੈ। ਇਹ ਗੱਲ ਸਹੀ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਏਜੰਸੀਆਂ ਨੂੰ ਜਾਂ ਇੱਦਾਂ ਦੀਆਂ ਤਾਕਤਾਂ ਨੂੰ ਸਿੱਧੇ ਰੂਪ 'ਚ ਹਮਾਇਤ ਦਿੱਤੀ ਜਾਵੇ, ਚੁੱਪ ਕਰਕੇ ਵੀ ਹਮਾਇਤ ਦਿੱਤੀ ਜਾ ਸਕਦੀ ਹੈ। ਜਿਵੇਂ ਜਦੋਂ ਹੁਣ ਲੱਗਿਆ ਮਾਨ ਸਾਹਿਬ ਨੂੰ ਕਿ ਇੱਕ ਅਕਾਲੀ ਦਲ ਦਾ ਹੋਰ ਧੜਾ ਬਾਦਲਾਂ ਦੇ ਖਿਲਾਫ ਜਿਹੜਾ ਬਗਾਵਤ ਕਰਕੇ ਇਕੱਠਾ ਹੋ ਰਿਹਾ ਬੀਬੀ ਜਗੀਰ ਕੌਰ ਦੇ ਹੱਕ 'ਚ, ਉਦੋਂ ਸਾਡੇ ਸਿਮਰਜੀਤ ਸਿੰਘ ਮਾਨ ਕਹਿੰਦੇ ਵੀ ਮੈਂ ਤਾਂ ਇਲੈਕਸ਼ਨ 'ਚ ਭਾਗ ਹੀ ਨਹੀਂ ਲੈਣਾ। ਇਲੈਕਸ਼ਨ 'ਚ ਭਾਗ ਨਾ ਲੈਣਾ ਅਲਟੀਮੇਟਲੀ ਮਦਦ ਕਿਹਦੀ ਹੋ ਰਹੀ ਹੈ? ਉਹ ਵੀ ਤਾਂ ਬਾਦਲ ਸਾਹਿਬ ਦੀ ਉਹ ਮਦਦ ਹੋ ਰਹੀ ਹੈ ਨਾ। ਸੋ ਇਸ ਕਰਕੇ ਮੈਂ ਇਹ ਕਹਿਣਾ ਕਿ ਇਹ ਸਾਰੇ ਰਾਜਨੀਤਿਕ ਦਲ ਆਪਣੀ ਸੌੜੀ ਰਾਜਨੀਤੀ ਕਰਦੇ ਨੇ, ਪਰੰਤੂ ਇਹ ਹੈ ਵੀ ਦੇਖੋ ਆਉਣ ਵਾਲਾ ਸਮਾਂ ਹੈ ਬੜਾ ਗੰਭੀਰ, ਉਹਦੇ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ। ਸਰਕਾਰਾਂ ਦੇ ਉੱਤੇ ਇਸ ਕਰਕੇ ਬਹੁਤ ਪ੍ਰੈਸ਼ਰ ਬਣ ਰਹੇ ਨੇ ਕਿ ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਬਿਮਾਰੀਆਂ, ਸਿਹਤ, ਐਜੂਕੇਸ਼ਨ, ਸੈਸ਼ਨ 2023 ਦੱਸਿਆ ਜਾ ਰਿਹਾ, ਉਹਦੇ ਵਿੱਚ ਆ ਜਿਹੜੇ ਮੁੱਦੇ ਮੈਨੂੰ ਲੱਗ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਧਾਰਮਿਕ ਮੁੱਦਿਆਂ ਤੋਂ ਹਟ ਕੇ ਇਹ ਮੁੱਦੇ ਬਣ ਜਾਣ, ਤੇ ਸਰਕਾਰਾਂ ਨੂੰ ਵੀ ਇਹੀ ਲੱਗਦਾ ਵੀ ਇਸ ਲਈ ਫਿਰ ਹੁਣ ਇਕੱਲੇ ਮੰਦਰ ਨਾਲ ਨਹੀਂ, ਆ ਕਟਾਵਟੀ ਹੋਣ ਤੋਂ ਬਾਅਦ ਜੇ ਕੋਈ ਲੜਾਈ ਪੜਾਈ ਹੋ ਜੇ ਫਿਰਕਿਆਂ ਦੇ ਵਿੱਚ,
ਉਹ ਫਿਰਕਿਆਂ ਦੀ ਲੜਾਈ ਨਾਲ ਸ਼ਾਇਦ ਅਸੀਂ ਇੱਕ ਹੋਰ ਟਰਮ ਹੈ ਜਿਹੜੀ ਉਹ ਲੈ ਸਕੀਏ। ਇਹ ਮੈਂ ਇਕੱਲੀ ਬੀਜੇਪੀ ਤੇ ਨਹੀਂ ਦੋਸ਼ ਲਿਆ। ਪਰ ਜਿਹੜੀ ਘਟਨਾਵਾਂ ਪੰਜਾਬ ਦੇ ਵਿੱਚ ਹੈਗੀਆਂ ਨੇ ਕਿ ਕੋਈ ਬੇਸ ਬਣਾਉਣਾ ਚਾਹੂਗਾ ਇਹਨਾਂ ਘਟਨਾਵਾਂ ਨੂੰ ਪੋਲੀਟੀਕਲ, ਉਹ ਬੇਸ ਇਸ ਕਰਕੇ ਬਣਾਉਣਾ ਚਾਹੂਗਾ ਨਾ, ਜਦੋਂ ਜਿਹੜੀ ਦੁਰਭਾਵਨਾਵਾਂ ਦੋ ਫਿਰਕਿਆਂ ਦੇ ਵਿੱਚ ਵਧਣਗੀਆਂ ਤਾਂ ਜ਼ਰੂਰ ਜਿਹੜੀਆਂ ਪਾਰਟੀਆਂ ਉਹਨਾਂ ਫਿਰਕਿਆਂ ਦੀ ਪ੍ਰਤੀਨਿਧਤਾ ਕਰਨਗੀਆਂ, ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਬੀਜੇਪੀ ਹੋਵੇ, ਉਹਦਾ ਫਾਇਦਾ ਉਹ ਦੋਨੇ ਲੈਣਗੇ। ਜਿਹੜਾ ਵੀ ਇੱਕਦਮ ਆਉਣ ਵਾਲੇ ਸਮੇਂ 'ਚ ਬਦਲ ਸਕਦਾ ਹੈ, ਇੱਕਦਮ ਜੇ ਇੱਦਾਂ ਦੀਆਂ ਘਟਨਾਵਾਂ ਪ੍ਰਮਾਤਮਾ ਨਾ ਕਰੇ, ਮੈਂ ਨਹੀਂ ਹੱਕ 'ਚ ਵੀ ਇਹ ਹੋਣ, ਜੇ ਇਹ ਘਟਨਾਵਾਂ ਹੋ ਜਾਂਦੀਆਂ ਨੇ ਤਾਂ ਇੱਕਦਮ ਇਹਨਾਂ ਘਟਨਾਵਾਂ ਦੇ ਵਿੱਚ ਸੈਕੂਲਰ ਪਾਰਟੀਆਂ ਨੂੰ ਇਹਦਾ ਬਹੁਤ ਸਾਰਾ ਫਾਇਦਾ ਨਹੀਂ ਮਿਲਣਾ। ਲੰਮੇ ਸਮੇਂ 'ਚ ਮਿਲ ਸਕਦਾ ਹੈ, ਇੱਕਦਮ ਇਹ ਫਾਇਦਾ ਨਹੀਂ ਮਿਲਣਾ। ਇੱਕਦਮ ਜਿਹੜਾ ਫਾਇਦਾ ਮਿਲੂਗਾ ਉਹ ਫਿਰਕਿਆਂ ਦੀਆਂ ਜਿਹੜੀਆਂ ਪ੍ਰਤੀਨਿਧ ਪਾਰਟੀਆਂ ਨੇ, ਜਿਹੜੀਆਂ ਕੱਟੜ ਫਿਰਕਾ ਪ੍ਰਸਤੀ ਦੀ ਨੀਤੀ ਤੇ ਚੱਲਦੀਆਂ ਨੇ, ਉਹਨਾਂ ਨੂੰ ਫਾਇਦਾ ਮਿਲੂਗਾ। ਉਹ ਸਿੱਖਾਂ ਨੂੰ ਉਸ ਸਮੇਂ ਕੌਣ ਪ੍ਰਤੀਨਿਧ ਕਰਦਾ ਹੈ ਉਹਦਾ ਫਾਇਦਾ ਹੋ ਸਕਦਾ ਹੈ। ਪੰਜਾਬ ਦੇ ਵਿੱਚ ਹਿੰਦੂਆਂ ਦੀ ਪ੍ਰਤੀਨਿਧਤਾ ਕੌਣ ਕਰਦਾ ਹੈ, ਜ਼ਰੂਰੀ ਨਹੀਂ ਸੂਰੀ ਬੀਜੇਪੀ ਨਾਲ ਨਹੀਂ ਸੀ, ਕੋਈ ਐਦਾਂ ਦੀ ਪਾਰਟੀ ਖੜੀ ਹੋ ਜਾਵੇ ਉਹ ਵੀ ਇਹਦਾ ਫਾਇਦਾ ਲਿਜਾ ਸਕਦੀ ਹੈ। ਦੇਖੋ, ਜੇ ਤੁਸੀਂ ਦੇਖੋ ਇਸ ਜੀ ਕੀ ਪਹਿਲਾਂ ਵੀ ਇਦਾਂ ਕਦੇ ਹੋਇਆ ਇਤਿਹਾਸ ਦੇ ਵਿੱਚ ਕਿ ਪੰਜਾਬ ਦੇ ਵਿੱਚ ਹਿੰਦੂਆਂ ਦੀ ਇਕੱਲਾ ਪਾਰਟੀ ਕੋਈ ਤਰਜਮਾਨੀ ਕਰ ਰਿਹਾ ਹੋਵੇ ਲੀਡਰ? ਪਹਿਲਾਂ ਦੇਖੋ ਤਰਜਮਾਨੀ ਕਰ ਰਿਹਾ ਸੀ ਜਾਂ ਨਹੀਂ ਕਰ ਰਿਹਾ ਸੀ, ਜਿਵੇਂ ਆਪਾਂ ਕਹਿੰਦੇ ਹਾਂ ਨਾ, ਇੱਕ ਫਿਰਕਾ ਸੀ, ਉਹਨਾਂ ਨੇ ਜਾਣ ਬੁੱਝ ਕੇ ਜਿਹੜੇ ਅਸੀਂ ਇੱਕ ਅਖਬਾਰ ਸਮੂਹ ਤੇ ਵੀ ਦੋਸ਼ ਲਾਉਂਦੇ ਰਹੇ ਹਾਂ, ਉਹ ਅਖਬਾਰ ਸਮੂਹ ਨੇ ਜਾਣ ਬੁੱਝ ਕੇ ਇੱਦਾਂ ਦੇ ਵਿਚਾਰ ਪੇਸ਼ ਕੀਤੇ। ਉਦੋਂ ਸਰਕਾਰ ਕਾਂਗਰਸ ਦੀ ਨਹੀਂ ਸੀ, ਪਰ ਇਹਨਾਂ ਵਿਚਾਰਾਂ ਦੇ ਸਿਰ ਤੇ, ਉਹਨਾਂ ਦੇ ਸਿਰ ਤੇ RSS ਦੇ ਵਿੱਚੋਂ ਬੀਜੇਪੀ ਨਿਕਲ ਕੇ ਪੰਜਾਬ 'ਚ ਵੀ ਆਈ ਹੈ। ਬੀਜੇਪੀ ਪਹਿਲਾਂ ਜਨਸੰਘ ਹੁੰਦਾ ਸੀ, ਫਿਰ ਬੀਜੇਪੀ ਬਣ ਗਈ, ਉਹ ਇੰਨੀਆਂ ਸੀਟਾਂ ਲਿਜਾਂਦੀ। ਹੁਣ ਜਿਹੜੀ ਬੀਜੇਪੀ ਦੇਖੋ, ਹੁਣ ਇਸ ਪੋਜੀਸ਼ਨ 'ਚ ਬੀਜੇਪੀ ਆਈ ਹੈ, ਇਹ ਪੋਜੀਸ਼ਨ ਅਕਾਲੀ ਦਲ ਨੂੰ, ਅਕਾਲੀ ਦਲ ਤੋਂ ਮੇਰਾ ਭਾਵ ਇਹ ਨਹੀਂ ਹੈਗਾ ਵੀ ਬਾਦਲਾਂ ਨੂੰ, ਕੋਈ ਵੀ ਸਿੱਖ ਸਿਆਸਤ ਨਵੀਂ ਉੱਭਰ ਸਕਦੀ ਹੈ। ਮਤਲਬ ਇਹ ਚੀਜ਼ ਸਿੱਖ ਸਿਆਸਤ ਨੂੰ ਸੂਟ ਕਰ ਸਕਦੀ ਹੈ, ਇਹ ਚੀਜ਼ ਬੀਜੇਪੀ ਦੀ ਸਿਆਸਤ ਨੂੰ ਸੂਟ ਕਰ ਸਕਦੀ ਹੈ। ਬੀਜੇਪੀ ਦੇ ਨਾਲ ਵੀ ਸਿੱਖਾਂ ਦਾ ਇੱਕ ਧੜਾ ਆ ਸਕਦਾ ਹੈ, ਜੋ ਸੰਭਾਵਨਾ ਬਣਦੀ ਜਾ ਰਹੀ ਹੈ। ਉਹਦੇ ਨਾਲ ਬੀਜੇਪੀ ਸਟਰੈਂਥਨ ਜ਼ਰੂਰ ਹੋ ਰਹੀ ਹੈ ਪੰਜਾਬ ਦੇ ਵਿੱਚ। ਬੀਜੇਪੀ ਤੋਂ ਇੱਥੇ ਦੁਬਾਰਾ ਮੈਂ ਤੁਹਾਨੂੰ ਕਲੀਅਰ ਕਰਦਾ, ਇੱਥੇ ਮੇਰਾ ਭਾਵ ਕੱਲੀ ਹਿੰਦੂਵਾਦੀ ਸੋਚ ਨਹੀਂ ਹੈਗੀ, ਉਹਨਾਂ ਨੇ ਇੱਕ ਸਿੱਖਾਂ ਦਾ ਧੜਾ ਕਾਇਮ ਕਰ ਲਿਆ। ਹੁਣ ਜਦੋਂ ਬਾਰਗੇਨਿੰਗ ਹੋਏਗੀ, ਉਹਨਾਂ ਦੀ ਬਾਰਗੇਨਿੰਗ ਪਾਵਰ ਵੱਧ ਰਹੀ ਹੈ। ਜੇਕਰ ਉਹਨਾਂ ਦੀ ਬਾਰਗੇਨਿੰਗ ਪਾਵਰ ਬਾਦਲਾਂ ਨਾਲ ਹੁੰਦੀ ਹੈ ਤਦ ਵੀ ਉਹ 50 ਸੀਟਾਂ ਲੈ ਕੇ ਜਾਣਗੇ। ਮੈਂ ਮੰਗਣ ਦੀ ਗੱਲ ਨਹੀਂ ਕਰਦਾ। ਕਮੇਟੀ ਦੇ ਚੋਣ ਨੇ ਧਾਲੀਵਾਲ ਸਾਹਿਬ ਕਲੀਅਰ ਨਹੀਂ ਕਰਤਾ, ਜਿਸ ਤਰ੍ਹਾਂ ਬਾਦਲ ਯਾਨੀ ਕਿ ਬਾਦਲ ਪਰਿਵਾਰ ਹੈ, ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੇ ਸਾਥੀਆਂ ਨੇ ਬੜਾ ਸਖਤ ਇੱਕ ਰਵੱਈਆ ਦਿਖਾਇਆ ਬੀਜੇਪੀ ਖਿਲਾਫ। ਉਦੋਂ ਤੋਂ ਲੱਗਦਾ ਨਹੀਂ ਕਿ ਕਿਤੇ ਜਾਣਗੇ ਹੁਣ ਲਾਈਨ ਦੇ ਵਿੱਚ ਉਹ ਕੌਣ ਅਕਾਲੀ ਦਲ ਵਾਲੇ। ਦੇਖੋ, ਇਹ ਕਦੇ ਵੀ ਛੂਤ ਕੁਛ ਨਹੀਂ ਹੁੰਦਾ। 1985 'ਚ ਵੀ ਬੀਜੇਪੀ ਨੂੰ ਛੱਡ ਕੇ ਅਕਾਲੀ ਦਲ ਨੇ ਹੋਰ ਪਾਰਟੀਆਂ ਨਾਲ ਸਮਝੌਤਾ ਕਰ ਲਿਆ ਸੀ, ਤੇ ਫਿਰ ਮਤਲਬ ਉਹ ਕਿੰਨਾ ਚਿਰ 9 ਮਾਸ ਦਾ ਰਿਸ਼ਤਾ ਚੱਲਿਆ ਫਿਰ। ਸੋ ਇਸ ਕਰਕੇ ਇਹ ਸਿਆਸਤ ਦੇ ਵਿੱਚ ਨਹੀਂ ਹੁੰਦਾ। ਪਰ ਇਹ ਗੱਲ ਅਕਾਲੀ ਦਲ ਬਾਦਲ ਨੂੰ ਵੀ ਕਲੀਅਰ ਹੈ ਕਿ ਸਿੱਖ ਸਿਆਸਤ ਦੇ ਵਿੱਚ ਬਿਨਾਂ ਕਿਸੇ ਦੀ ਹੋਰ ਮਦਦ ਦੇ ਕਿਤੇ ਨੇੜੇ ਨਹੀਂ ਲੱਗ ਸਕਣਗੇ ਉਹ। ਇਹ ਗੱਲ ਬੜੀ ਕਲੀਅਰ ਹੈ। ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ। ਹਾਂ, ਪਰੰਤੂ ਇਹ ਜ਼ਰੂਰ ਹੈ ਕਿ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੋ ਸਕਦਾ ਹੈ, ਜਦੋਂ ਅਕਾਲੀ ਦਲ ਇੰਨੇ ਹਾਸ਼ੀਏ 'ਤੇ ਚਲੇ ਗਿਆ, ਮੰਨ ਲਓ 3 MLA ਆਏ ਨੇ, ਜੇ ਤਿੰਨਾਂ ਤੋਂ ਉਹ ਔਖੇ ਸੌਖੇ 30 ਤੇ ਪਹੁੰਚ ਜਾਣ, 25 ਤੇ ਪਹੁੰਚ ਜਾਣ, ਤਾਂ 60-59 ਕਰਦੇ ਫਿਰ ਕੋਈ ਹੋਰ ਜਿਹੜੇ ਰਲਣਗੇ, ਜ਼ਰੂਰੀ ਨਹੀਂ ਸੀ ਐਮਸ਼ਿਪ ਉਹਨਾਂ ਨੂੰ ਮਿਲ ਜੇ। ਇਸ ਕਰਕੇ ਮੈਂ ਕਹਿਣਾ ਕਿ ਬਾਰਗੇਨਿੰਗ ਦੇ ਵਿੱਚ ਬੀਜੇਪੀ ਤੇ ਜਿਵੇਂ ਅਕਾਲੀ ਦਲ ਨੇ ਇੱਕ ਪਾਲਿਸੀ ਸ਼ੁਰੂ ਕੀਤੀ, ਕਿ ਆਪਾਂ ਹਿੰਦੂਆਂ ਦੀਆਂ ਵੋਟਾਂ ਲੈਣ ਲਈ, ਇਹਨਾਂ ਦੇ ਵਖਰੇਵੇਂ ਇਸੇ ਗੱਲ ਤੇ ਆਏ ਨੇ। ਅਕਾਲੀ ਦਲ ਨੇ ਇੱਕ ਪਾਲਿਸੀ ਸ਼ੁਰੂ ਕੀਤੀ ਕਿ ਅਕਾਲੀ ਦਲ ਨੂੰ ਅਕਾਲੀ ਦਲ ਰਹਿਣ ਦੀ ਬਜਾਏ ਆਪਾਂ ਪੰਜਾਬੀ ਪਾਰਟੀ ਬਣਾ ਲਓ, ਉਹਦੇ ਵਿੱਚ ਬਹੁਤ ਸਾਰੇ ਹਿੰਦੂ ਪ੍ਰਤੀਨਿਧ ਲੈ ਆਂਦੇ। ਇਹ ਗੱਲ ਬੀਜੇਪੀ ਨੂੰ ਜ਼ਰੂਰ ਚੁਭੀ ਹੋਏਗੀ ਨਾ, ਬਿਲਕੁਲ, ਵੀ ਸਾਡੇ ਫੋਲਡ ਦੇ ਵਿੱਚ, ਸਾਡੇ ਖਿੱਤੇ ਦੇ ਵਿੱਚ ਇਹ ਦਖਲ ਦੇ ਰਹੇ ਨੇ। ਤੇ ਹੁਣ ਉਹਨਾਂ ਨੇ ਸੇਮ ਪੈਟਰਨ ਉਹਨਾਂ ਨੇ ਫੜ ਲਿਆ। ਉਹਨਾਂ ਨੇ ਵੀ ਕਿਹਾ ਕਿ ਬੀਜੇਪੀ ਦੇ ਵਿੱਚ ਆਪਾਂ ਹਿੰਦੂ ਦੇ ਨਾਲ ਸਿੱਖ ਨੁਮਾਇੰਦੇ ਵੀ ਲੈ ਲਓ, ਕਿ ਸਿੱਖ ਏਰੀਏ ਦੇ ਵਿੱਚ ਉਹ ਕੁਛ ਜਾਣਗੇ। ਸੋ ਇੱਦਾਂ ਦੀ ਲੜਾਈ ਹੈ ਇਹ ਮੈਂ ਇਸ ਕਰਕੇ ਗੱਲ ਕਰ ਰਿਹਾ, ਅਦਰਵਾਈਜ਼ ਇਹ ਗੱਲ ਦੀ ਇੱਥੇ ਤੁਕ ਨਹੀਂ ਬਣਦੀ। ਕਿਉਂਕਿ ਜੇਕਰ ਇੱਦਾਂ ਦਾ ਮਾਹੌਲ ਜਿਹੜਾ ਆਪਾਂ ਕਹਿ ਰਹੇ ਹਾਂ, ਗਰਮ ਸੋਚ ਵਾਲਾ ਜਾਂ ਬਖਰੇਵੇਂ ਦੀ ਸੋਚ ਵਾਲਾ ਜਾਂ ਫਿਰਕਾ ਪ੍ਰਸਤੀ ਦੀ ਸੋਚ ਵਾਲਾ,
ਉਹ ਅੱਜ ਫੇਰ ਇਹ ਦੋਨਾਂ ਪਾਰਟੀਆਂ ਨੂੰ ਸੂਟ ਕਰਦਾ ਹੈ। ਉਹਦੇ ਨਾਲ ਇਹਨਾਂ ਦੋਨਾਂ ਦਾ ਜਿਹੜਾ ਘੇਰਾ ਹੈ ਉਹਦੇ ਬਦਲਣ ਦੇ ਚਾਂਸ ਨੇ। ਹਾਂ, ਇਹ ਫਿਰ ਮੈਂ ਕਹਿਣਾ ਕਿ ਜ਼ਰੂਰੀ ਨਹੀਂ ਕਿ ਉਹ ਪਾਰਟੀ ਬੀਜੇਪੀ ਹੋਵੇ, ਜ਼ਰੂਰੀ ਨਹੀਂ ਉਹ ਪਾਰਟੀ ਅਕਾਲੀ ਦਲ ਹੋਵੇ। ਮੈਂ ਜੇ ਇਹ ਘੇਰਾ ਵੱਧਦਾ ਹੈ, ਦੂਜਾ ਅਕਾਲੀ ਦਲ ਜਿਹੜਾ ਹੈ, ਮੰਨ ਲਓ ਇੱਕ ਤਾਂ ਬਾਦਲ ਅਕਾਲੀ ਦਲ ਹੋ ਗਿਆ, ਇੱਕ ਹੋਰ ਅਕਾਲੀ ਦਲ ਕੋਈ ਪੈਦਾ ਹੋ ਜਾਂਦਾ ਹੈ, ਹੋ ਸਕਦਾ ਹੈ ਉਹ ਕੱਲ੍ਹ ਨੂੰ ਮੁੰਬਈ ਤੋਂ ਸ਼ਿਵ ਸੈਨਾ ਲਿਆ ਕੇ ਇੱਥੇ ਸ਼ਿਵ ਸੈਨਾ ਦਾ ਇੱਕ ਧੜਾ ਖੜਾ ਕਰ ਲਈ ਕਿ ਤੁਸੀਂ ਆਪਦਾ ਉਹਨਾਂ 'ਚ ਆਪਰੇਟ ਕਰੋ, ਅਸੀਂ ਇਹਨਾਂ 'ਚ ਆਪਰੇਟ ਕਰਦੇ ਹਾਂ। ਸੋ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਪਰ ਇਹ ਗੱਲ ਮੈਂ ਫਿਰ ਕਹਿਣਾ ਕਿ ਇਹ ਮੁਲਕ ਲਈ ਬਹੁਤ ਹੀ ਮਾੜੀ ਗੱਲ ਹੋਵੇਗੀ। ਇਹ ਕਿਉਂਕਿ ਬਹੁਤ ਵਾਰੀ ਅਸੀਂ ਆਪਦੇ ਛੋਟੇ ਫਾਇਦਿਆਂ ਲਈ ਇਸ ਤਰ੍ਹਾਂ ਦੀਆਂ ਵੰਡੀਆਂ ਪਾ ਦਿੰਦੇ ਹਾਂ, ਮੁੜ ਕੇ ਠੀਕ ਹੈ ਇਹ ਉੱਦਾਂ ਦੀ ਗੱਲ ਹੈ ਕਿ ਜਿਵੇਂ ਇੱਕ ਪਿਓ ਆਪਣੇ 4 ਪੁੱਤਰਾਂ ਨੂੰ ਇਸ ਕਰਕੇ ਲੜਾ ਕੇ ਰੱਖੇ ਕਿ ਮੇਰੀ ਚੌਧਰ ਰਹੇ, ਪਰੰਤੂ ਉਹਦੇ ਨਾਲ ਘਰ ਬਰਬਾਦ ਹੋ ਜਾਂਦਾ। ਜਿਹੜੀ ਇਹ ਨੀਤੀ ਹੈ, ਇਸ ਨੀਤੀ ਨਾਲ ਇੱਕਦਮ ਖੁੱਲ੍ਹ ਕੇ ਆਪਾਂ ਨੂੰ ਇਹ ਕਹਿਣਾ ਬੜਾ ਔਖਾ ਲੱਗਦਾ ਹੈ ਕਿ ਜਦੋਂ ਮੈਂ ਇਹ ਸਟੇਟਮੈਂਟ ਦੇ ਦਾਂ ਕਿ ਜੀ ਇਹ ਏਜੰਸੀਆਂ ਦਾ ਕੰਮ ਹੈ, ਫਿਰ ਤੁਸੀਂ ਪੁੱਛੋਗੇ ਜੀ ਵੀ ਇਹਨਾਂ 'ਚੋਂ ਤੁਹਾਨੂੰ ਕਿਹੜੀ ਏਜੰਸੀ ਦਾ ਕੰਮ ਲੱਗਦਾ ਇਹ ਜਵਾਬ ਦੇਣਾ ਹਾਲ ਦੀ ਘੜੀ ਮੁਸ਼ਕਲ ਹੈ। ਪਰ ਇਹ ਜ਼ਰੂਰ ਹੈ ਕਿ ਸਰਕਾਰਾਂ ਉਸ ਤਰੀਕੇ ਨਾਲ ਸਖਤੀ ਨਹੀਂ ਵਰਤ ਰਹੀਆਂ। ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਦੋਸ਼ੀ ਹੈ। ਇੱਕ ਮਾਪਦੰਡ ਇਹ ਰੱਖਣ ਕਿ ਜਿਹੜਾ ਵੀ ਫਿਰਕਾ ਪ੍ਰਸਤੀ ਦੀ ਅੱਗ ਨੂੰ ਤੂਲ ਦਿੰਦਾ ਹੈ, ਜਿਹੜਾ ਵੀ ਇੱਦਾਂ ਦੇ ਗਰਮ ਬਿਆਨ ਦਿੰਦਾ ਹੈ, ਉਹ ਸਾਰੀਆਂ ਧਾਰਾਵਾਂ ਉਹ 'ਤੇ ਵੀ ਲੱਗਣਗੀਆਂ, ਚਾਹੇ ਉਹ ਜਿਹੜੇ ਮਰਜ਼ੀ ਫਿਰਕੇ ਦਾ ਹੋਵੇ। ਇੱਥੇ ਆ ਕੇ ਪ੍ਰੋਬਲਮ ਹੈ। ਇਹ ਜੇਕਰ ਇਹ ਹੋਵੇ ਫਿਰ ਸ਼ਾਇਦ ਅਸੀਂ ਇਹ ਨਹੀਂ ਕਹਾਂਗੇ ਕਿ ਇਹ ਸਰਕਾਰਾਂ ਦੀ ਏਜੰਸੀਆਂ ਦਾ ਕੰਮ ਹੈ। ਇੱਥੇ ਇਹ ਹੈ, ਜੇ ਸਰਕਾਰਾਂ ਨੂੰ ਇਹ ਲੱਗਦਾ ਹੈ ਜਾਂ ਸਰਕਾਰੀ ਨੁਮਾਇੰਦਿਆਂ ਨੂੰ ਇਹ ਲੱਗਦਾ ਹੈ ਕਿ ਇਹ ਦੋਸ਼ ਝੂਠੇ ਲਗਾਏ ਜਾ ਰਹੇ ਨੇ, ਤਾਂ ਉਹਨਾਂ ਨੂੰ ਆਪਣਾ ਆਚਰਣ ਸੁਧਾਰ ਕੇ ਇੱਦਾਂ ਦੇ ਕਲੀਅਰ ਕੱਟ ਸੰਦੇਸ਼ ਦੇਣੇ ਤਾਂ ਚਾਹੀਦੇ ਨੇ ਜਿਹਦੇ ਵਿੱਚ ਇਸ ਤਰ੍ਹਾਂ ਦਾ ਦੋਸ਼ ਲੱਗੇ ਹੀ ਨਾ। ਮਤਲਬ ਜੇ ਬਾਦਲ ਸਾਹਿਬ ਹੁਣ ਕਹਿੰਦੇ ਨੇ ਅੱਜ ਕਿ ਇਹ ਬੀਜੇਪੀ ਦਾ ਉਹ ਹੈ ਆਪਣਾ ਦਖਲ ਹੈ, ਅੱਜ ਆ ਕੇ ਉਹਨਾਂ ਨੇ ਲਿਫਾਫਾ ਕਲਚਰ ਖਤਮ ਕਰਤਾ, ਕਰਨ ਜਾਂ ਨਾ ਕਰਨ, ਅੱਜ ਆ ਕੇ ਧਾਮੀ ਸਾਹਿਬ ਨੇ ਇਲੈਕਸ਼ਨ ਤੋਂ 2 ਦਿਨ ਪਹਿਲਾਂ ਕਹਿਤਾ ਕਿ ਜੀ ਅਸੀਂ ਜਿਹੜਾ ਚੈਨਲਾਂ ਦਾ ਕੰਮ ਹੈ ਉਹ ਅਸੀਂ SGPC ਆਪ ਕਰੇਗੀ। ਕੀ ਇਹ ਪਹਿਲਾਂ ਨਹੀਂ ਕਿਹਾ ਜਾ ਸਕਦਾ ਸੀ? ਇਹ ਦੋਸ਼ ਪਹਿਲਾਂ ਵੀ ਤਾਂ ਲੱਗੇ ਹੀ ਨੇ ਨਾ। ਸੋ ਇਹ ਹੈ ਵੀ ਇਹ ਦਬਾਅ ਦੀ ਰਾਜਨੀਤੀ 'ਚ ਇੱਦਾਂ ਅਦਲਾ ਬਦਲੀ ਹੋ ਜਾਂਦੀ ਹੈ। ਮੈਨੂੰ ਨਹੀਂ ਪਤਾ ਇਹ ਸਾਰੇ ਕੰਮ ਹੋਣਗੇ ਜਾਂ ਨਹੀਂ ਹੋਣਗੇ। ਇਸ ਕਰਕੇ ਅਸੀਂ ਦੋਸ਼ ਲਾਉਂਦੇ ਹਾਂ ਕਿ ਕਿਤੇ ਨਾ ਕਿਤੇ ਦੱਬੀ ਸੁਰ ਵਿੱਚ ਇੱਕ ਜਿਹੜੀ ਰਾਜਨੀਤਿਕ ਧਿਰ ਉੱਤੇ ਬੈਠੀ ਹੈ, ਇਕੱਲਾ ਉਸ ਦਾ ਨਹੀਂ, ਜਿਹੜੀ ਸੈਂਟਰ 'ਚ ਬੈਠੀ ਆ ਉਹ ਵੀ, ਜਿਹੜੀ ਸਟੇਟ 'ਚ ਬੈਠੀ ਆ ਉਹ ਵੀ, ਜਿਹੜੇ ਆਪੋਜੀਸ਼ਨ 'ਚ ਬੈਠੇ ਨੇ ਲੋਕ ਉਹ ਵੀ ਇੱਦਾਂ ਦਾ ਮਾਹੌਲ ਕ੍ਰੀਏਟ ਕਰਨ ਜਿੱਥੇ ਜਿੱਥੇ ਸਮਾਂ ਮਿਲਦਾ ਹੈ ਬਲਦੀ 'ਚ ਤੇਲ ਪਾਉਣ ਦਾ, ਆਪਣਾ ਮੌਕਾ ਫਾਇਦਾ ਉਠਾਉਣ ਦਾ, ਕਿਤੇ ਲਾਭ ਉਠਾਉਣ ਤੋਂ ਪਿੱਛੇ ਨਹੀਂ ਹਟਦੇ। ਸੋ ਇਹ ਹੈ ਪੋਲੀਟੀਕਲ ਮੋਟਿਵ ਹੁੰਦਾ ਜੀ। ਬਿਲਕੁਲ ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੇ ਤੁਸੀਂ ਵਿਆਖਿਆ ਕੀਤੀ, ਦਰਸ਼ਕ ਸਾਡੇ ਇਕੱਲੀ ਗੱਲ ਸਮਝ। ਧੰਨਵਾਦ ਜੀ। ਦੋਸਤੋ, ਤੁਸੀਂ ਸਾਰੀ ਕਹਾਣੀ ਸਮਝ ਗਏ ਕਿੱਥੋਂ ਕੀ ਚੱਲਦਾ, ਤੇ ਤੁਸੀਂ ਹਰ ਵਾਰ ਦੀ ਤਰ੍ਹਾਂ ਜਿਹੜੀ ਤੁਹਾਡੀ ਫੀਡਬੈਕ ਹੈ, ਤੁਹਾਡੇ ਸੁਝਾਅ ਨੇ, ਸਾਨੂੰ ਹਰ ਵਾਰ ਦੀ ਤਰ੍ਹਾਂ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ। ਜਿਹੜੇ ਤੁਹਾਡੇ ਸਵਾਲ ਵੀ ਹੁੰਦੇ ਨੇ ਉਹ ਵੀ ਤੁਸੀਂ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਭੇਜਿਆ ਕਰੋ। ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਨਾਲ ਪੰਜਾਬੀ। ਧੰਨਵਾਦ।